ਜੀਵਨ ਇੱਕ ਕਹਾਣੀ ਹੈ, ਕੋਈ ਨਵੀਂ ਤੇ ਕੋਈ ਪੁਰਾਣੀ ਹੈ। ਇਹ ਕਹਾਣੀਆਂ ਸਾਨੂੰ ਬਹੁਤ ਸਿੱਖਿਆ ਦਿੰਦੀਆਂ ਨੇ। ਇਹਨਾਂ ਕਹਾਣੀਆਂ ਚੋਂ ਅਸੀਂ ਬਹੁਤ ਕੁਝ ਪ੍ਰਾਪਤ ਕਰਦੇ ਹਾਂ। ਕਈਆਂ ਦੇ ਹੰਝੂ ਹੁੰਦੇ ਨੇ ਤੇ ਕਈਆਂ ਦੇ ਹਾਸੇ ਹੁੰਦੇ ਨੇ। ਇਹਨਾਂ ਹਾਸਿਆਂ ਦੇ ਪਿੱਛੇ ਵੀ ਕਈ ਹੰਝੂ ਛੁਪੇ ਹੁੰਦੇ ਨੇ ਤੇ ਕਈ ਹੰਝੂਆਂ ਦੇ ਪਿੱਛੇ ਹਾਸੇ ਛੁਪੇ ਹੁੰਦੇ ਹਨ। ਇਸ ਕਰਕੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ਮੇਰੀ ਕਹਾਣੀ। ਅੱਜ ਆਪਾਂ ਤੁਹਾਨੂੰ ਇਸ ਮੇਰੀ ਕਹਾਣੀ ਦੇ ਵਿੱਚ ਮਿਲਵਾਵਾਂਗੇ ਉਸ ਸ਼ਖਸੀਅਤ ਨਾਲ ਜਿਨੇ ਇੱਕ ਮੁਆਸ਼ਰੇ ਦੇ ਵਿੱਚ ਮੁਕਾਮ ਹਾਸਲ ਕੀਤਾ। ਕਈ ਔਕੜਾਂ ਆਈਆਂ, ਕਈ ਮੁਸ਼ਕਲਾਂ ਆਈਆਂ, ਕਈ ਵਾਰੀ ਹੱਸਣਾ ਹੋਇਆ, ਕਈ ਵਾਰੀ ਰੋਣਾ ਹੋਇਆ। ਮੀਂਹ 'ਚ ਵੀ ਭਿੱਜੇ, ਧੁੱਪ ਦੀ ਛਾਂ ਉਹ ਵੀ ਲਈ, ਤਪੇ ਧੁੱਪ ਦੇ ਵਿੱਚ ਤਪੇ, ਮੀਂਹ ਦੇ ਵਿੱਚ ਆਪਣੇ ਹੰਝੂ ਵੀ ਗਵਾਏ। ਉਹਨਾਂ ਹੰਝੂਆਂ ਦੀ ਦਾਸਤਾਨ, ਉਹਨਾਂ ਹਾਸਿਆਂ ਦੀ ਦਾਸਤਾਨ ਅੱਜ ਸਾਨੂੰ ਸੁਣਾਉਣਗੇ ਸਾਡੇ ਸਟੂਡੀਓ ਵਿੱਚ ਆਏ ਹੋਏ ਰੁਪਿੰਦਰ ਬਾਵਾ ਜੀ। ਬਾਵਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸਮਿੰਦਰ ਜੀ, ਜੋ ਤੁਸੀਂ ਆਪਦੇ ਚੈਨਲ ਦੇ ਵਿੱਚ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ। ਬਾਵਾ ਜੀ, ਤੁਸੀਂ ਕਾਫੀ ਨਾਮ ਖੱਟ ਚੁੱਕੇ ਹੋ ਬਠਿੰਡੇ ਦੇ ਵਿੱਚ, ਸਮਾਜ ਸੇਵੀ, ਪੋਲੀਟੀਸ਼ੀਅਨ। ਹਾਂਜੀ। ਇੱਕ ਔਰਤ ਜਦੋਂ ਇਸ ਸਮਾਜ ਦੇ ਵਿੱਚ ਘਰੋਂ ਪੈਰ ਬਾਹਰ ਰੱਖਦੀ ਹੈ, ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਂਜੀ। ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਤਾਂ ਕਿਹੜੀਆਂ ਔਕੜਾਂ ਜਿਹੜੀਆਂ ਨੇ ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ? ਐਕਚੁਅਲ ਮੈਂ ਜਦੋਂ ਦੀ ਬਹੁਤ ਛੋਟੀ ਸੀ, ਸੋਚ ਜਦੋਂ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ, ਉਸ ਟਾਈਮ ਤੇ ਇੱਕ ਦਿਮਾਗ ਦੇ ਵਿੱਚ ਗੱਲ ਆਉਂਦੀ ਹੁੰਦੀ ਸੀ, ਜ਼ਿੰਦਗੀ ਦੇ ਵਿੱਚ ਨਾ ਕੋਈ ਮੁਕਾਮ ਹਾਸਲ ਕਰਨਾ, ਇੱਕ ਅਨਦਰ ਪਲੇਟਫਾਰਮ ਲੈਣਾ। ਉਸ ਚੀਜ਼ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਮੈਨੂੰ ਬੜਾ ਮੋਟੀਵੇਟ ਕੀਤਾ। ਮੈਂ ਅੱਛੇ ਘਰ ਦੀ ਹਾਂ, ਸਪੋਰਟ ਕੀਤਾ। ਫਾਦਰ ਸਾਹਿਬ ਦੇ ਹੁੰਦੇ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਹੋਈ। ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਮੈਨੂੰ ਟਾਈਮ ਟੂ ਟਾਈਮ ਗਾਈਡ ਕੀਤਾ ਜੀ। ਜਿੱਦਾਂ ਹੁਣ ਆਪਾਂ ਕਹਿ ਸਕਦੇ ਹਾਂ ਵੀ ਔਕੜਾਂ ਦਾ ਫਿਲਹਾਲ ਸਟਾਰਟਿੰਗ ਦੇ ਵਿੱਚ ਮੈਨੂੰ ਕੋਈ ਔਕੜ ਨਹੀਂ ਆਈ। ਮੈਂ ਸਮਾਜ ਸੇਵਾ ਕਾਲਜ ਲਾਈਫ ਤੋਂ ਹੀ ਕਰਦੀ ਸੀ। ਜਿਸ ਟਾਈਮ ਮੈਂ ਕਾਲਜ ਦੇ ਵਿੱਚ ਸੀ, ਉਸ ਟਾਈਮ ਤੇ ਵੀ ਫਰੈਂਡ ਸਰਕਲ ਦੇ ਵਿੱਚ ਕਈਆਂ ਫਰੈਂਡਸ ਇਦਾਂ ਦੀਆਂ ਹੁੰਦੀਆਂ ਸੀ ਜਿਹੜੀ ਗਰੀਬ ਘਰਾਂ ਦੀਆਂ ਹੁੰਦੀਆਂ ਸੀ। ਕਿਸੇ ਤੋਂ ਫੀਸ ਨਹੀਂ ਭਰੀ ਜਾਣੀ, ਕਦੇ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਉੱਥੇ ਅਸੀਂ ਜਿਸ ਟਾਈਮ ਸਾਡਾ ਲੰਚ ਟਾਈਮ ਹੁੰਦਾ ਸੀ, ਬੈਠ ਕੇ ਡਿਸਕਸ਼ਨ ਕਰੀ ਜਾਣੀ, ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਇੱਦਾਂ ਕਰਾਂਗੇ, ਆਪਾਂ ਇੱਦਾਂ ਕਰਾਂਗੇ। ਜਦੋਂ ਆਪਣੀ ਮੈਰਿਜ ਹੋ ਗਈ ਨਾ, ਫਿਰ ਵੀ ਆਪਾਂ ਇੱਕ ਦੂਜੇ ਦੇ ਸਰਕਲ 'ਚ ਰੱਖੇ, ਪਰ ਲੇਡੀਜ਼ ਲਈ ਕੁਛ ਕਰਨਾ, ਕਿ ਇਹ ਚੀਜ਼ ਮੇਰੇ ਸ਼ੁਰੂ ਤੋਂ ਹੀ ਦਿਮਾਗ ਦੇ ਵਿੱਚ ਸੀਗੀ। ਸੋ ਫਾਦਰ ਸਾਹਿਬ ਦੇ ਹੁੰਦੇ ਮੈਨੂੰ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਹੋਈ ਇਸ ਲੈਵਲ ਆਉਣ ਦੇ ਵਿੱਚ। ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ, ਮੇਰੇ ਮਮ ਡੈਡ ਨੇ। ਅੱਛਾ, ਮਦਰ ਨੇ ਵੀ ਤੁਹਾਨੂੰ ਪੂਰਾ ਸਪੋਰਟ ਕੀਤਾ। ਮਮਾ ਨੇ ਵੀ। ਤੁਸੀਂ ਸ਼ਹਿਰ ਤੋਂ ਸੀ ਜਾਂ ਪਿੰਡ ਤੋਂ? ਮੈਂ ਜੀ ਬਠਿੰਡਾ ਤੋਂ ਆਈ ਹਾਂ, ਪ੍ਰੋਪਰ ਬਠਿੰਡਾ। ਮੇਰੀ ਸਕੂਲਿੰਗ ਵੀ ਬਠਿੰਡਾ ਦੀ ਆ, ਮੇਰੀ ਕਾਲਜ ਲਾਈਫ ਵੀ ਬਠਿੰਡਾ ਦੀ ਆ। ਜਿਸ ਟਾਈਮ ਮੈਂ ਫਸਟ ਈਅਰ ਦੀ ਸਟੂਡੈਂਟ ਸੀ, ਉਸ ਟਾਈਮ ਮੇਰੀ ਮੈਰਿਜ ਹੋ ਗਈ ਸੀਗੀ। ਤੇ ਉਸ ਤੋਂ ਬਾਅਦ ਫਿਰ ਜਿੱਥੇ ਮੇਰੀ ਮੈਰਿਜ ਹੋਈ, ਮੈਂ ਉਹਨਾਂ ਨੂੰ ਵੀ ਕਿਹਾ ਵੀ ਮੈਂ ਸਟੱਡੀ ਅੱਗੇ ਕਰਨੀ ਆ। ਫਾਦਰ ਸਾਹਿਬ ਨੇ ਸਪੋਰਟ ਕੀਤਾ। ਫਾਦਰ ਸਾਹਿਬ ਕਹਿੰਦੇ ਵੀ ਅੱਗੇ ਆਪਣੀ ਸਟੱਡੀ ਜਾਰੀ ਰੱਖਣੀ ਆ। ਸਟੱਡੀ ਕੀਤੀ ਜੀ, ਅੱਗੇ MBA ਕੀਤੀ, ਪੋਸਟ ਗ੍ਰੈਜੂਏਸ਼ਨ ਇੰਗਲਿਸ਼ ਦੀ MA ਕੀਤੀ, ਹਿਸਟਰੀ ਦੀ MA ਕੀਤੀ। ਫਾਦਰ ਸਾਹਿਬ ਨੇ ਫਿਰ ਕਿਹਾ, ਕਹਿੰਦੇ ਵੀ ਬਿਜ਼ਨਸ ਦੇ ਵਿੱਚ ਜਾਣਾ ਕਿ ਕਿੱਦਾਂ ਜਾਣਾ? ਮੈਂ ਕਿਹਾ ਪਾਪਾ ਬਿਜ਼ਨਸ ਕਰਨਾ। ਤੋ 2009 ਦੇ ਵਿੱਚ ਗੈਸ ਏਜੰਸੀ ਦੀਆਂ ਨਿਕਲੀਆਂ ਸੀਗੀਆਂ। 11 ਦੇ ਵਿੱਚ ਮੈਨੂੰ ਗੈਸ ਏਜੰਸੀ ਦੀ ਅਲਾਟਮੈਂਟ ਹੋ ਗਈ ਸੀ, ਕਮਿਸ਼ਨ ਹੋ ਗਈ ਸੀ ਮੇਰੀ। ਹਾਂਜੀ। ਬਿਜ਼ਨਸ ਦੇ ਵਿੱਚ ਆ ਗਈ। ਬਿਜ਼ਨਸ ਦੇ ਵਿੱਚ ਆਉਣ ਤੋਂ ਬਾਅਦ ਵੀ ਸਪੋਰਟ ਪਾਪਾ ਦੀ ਹੋਈ ਰਹੀ ਜੀ। ਇੱਕ ਚੀਜ਼ ਉਹਨਾਂ ਨੂੰ ਕਹੀ ਸੀ ਕਿ ਪਾਪਾ ਵੀ ਬਿਜ਼ਨਸ ਵੀ ਦੇਖੂੰਗੀ, ਪਰ ਜਿਹੜੀ ਸਮਾਜ ਸੇਵਾ ਉਹ ਨਾਲ ਕਰਨੀ ਆ। ਅੱਛਾ, ਸਮਾਜ ਸੇਵਾ ਤੁਹਾਨੂੰ ਕਿਉਂ ਲੱਗਾ ਕਿ ਮੈਂ ਸਮਾਜ ਸੇਵਾ ਹੀ ਕਰਨੀ ਹੈ? ਕਿਉਂਕਿ ਤੁਸੀਂ ਜਿੰਨਾ ਪੜ੍ਹ ਚੁੱਕੇ ਸੀ, ਤੁਸੀਂ ਡਬਲ MA ਸੀ, ਤੁਸੀਂ MBA ਕੀਤੀ ਸੀ, ਤੁਸੀਂ ਕਿਸੇ ਅੱਛੇ ਐਜ਼ ਪ੍ਰੋਫੈਸਰ ਕਿਸੇ ਪਾਸੇ ਕੰਮ ਕਰ ਸਕਦੇ ਸੀ, ਕਿਸੇ ਹੋਰ ਪਾਸੇ ਕੋਈ ਕੰਪਨੀ ਜਿਹੜੀ ਉਹ ਜੁਆਇਨ ਕਰ ਸਕਦੇ ਸੀ, ਬਟ ਸਮਾਜ ਸੇਵਾ ਉਹੀ ਕਿਉਂ? ਕਿਉਂਕਿ ਜਿਸ ਟਾਈਮ ਸਕੂਲਿੰਗ ਲਾਈਫ ਸੀ, ਉਦੋਂ ਤੋਂ ਜਦੋਂ ਇੰਨਾ ਨਹੀਂ ਨੌਲੇਜ ਹੁੰਦੀ ਸੀ। ਕਾਲਜ ਲਾਈਫ ਦੇ ਵਿੱਚ ਨਾ ਬੜੇ ਲੜਕੀਆਂ ਦੇ ਉਤਰਾਅ ਚੜ੍ਹਾਅ ਦੇਖਦੇ ਸੀ। ਜਦੋਂ ਫਰੈਂਡਸ ਦੇ ਵਿੱਚ ਇਕੱਠੀਆਂ ਹੋ ਕੇ ਬੈਠਣਾ ਨਾ, ਤਾਂ ਉਹ ਪਿੰਡਾਂ ਦੀਆਂ ਕੁੜੀਆਂ ਹੁੰਦੀਆਂ ਸੀ ਮੇਰੇ ਨਾਲ ਜ਼ਿਆਦਾਤਰ। ਤਾਂ ਕਿਸੇ ਨੇ ਫੈਮਿਲੀ ਦੀ ਗੱਲ ਕਰ ਲੈਣੀ, ਪਰਿਵਾਰ 'ਚ ਇੱਦਾਂ ਹੋਇਆ ਵਿਆ, ਜਾਂ ਸਾਡੀ ਕੋਈ ਕੁੜੀ ਬੁੜੀ ਦੁਖੀ ਆ, ਜਾਂ ਸਾਡੇ ਘਰ ਦੇ ਨਾ ਕੁੜੀਆਂ ਨੂੰ ਘਰੋਂ ਨਹੀਂ ਨਿਕਲਣ ਦਿੰਦੇ। ਸਾਡੇ ਪਿੰਡ ਦੇ ਵਿੱਚ ਬਸ ਅਸੀਂ ਸਿੱਧਾ ਬੱਸ ਚੜ੍ਹ ਕੇ ਕਾਲਜ ਆਉਣਾ, ਕਾਲਜ ਤੋਂ ਸਿੱਧਾ ਘਰੇ ਜਾਣਾ, ਕਿ ਵੀ ਅਸੀਂ ਨਾ ਜ਼ਿੰਦਗੀ ਜਿਉਣਾ ਚਾਹੁੰਦੇ, ਪਰ ਜ਼ਿੰਦਗੀ ਜਿਉਣ ਦਾ ਤਰੀਕਾ ਨਹੀਂ ਆ ਰਿਹਾ, ਕਿਵੇਂ ਕਰੀਏ? ਤਾਂ ਮੈਨੂੰ ਕਹਿੰਦੀ ਹੁੰਦੀ ਸੀ, ਤੂੰ ਲਾਈਫ ਕਿੱਦਾਂ ਆਪਦੀ ਇੰਜੋਏ ਕਰਦੀ ਹੈ? ਵੀ ਤੈਨੂੰ ਅਸੀਂ ਕਦੇ ਜ਼ਿੰਦਗੀ 'ਚ ਸਿੱਕਾ 'ਚ ਨਹੀਂ ਦੇਖਿਆ ਵੀ ਤੂੰ ਸਟੱਡੀ ਵੀ ਕਰ ਰਹੀ ਆ, ਪੇਰੈਂਟਸ ਵੱਲੋਂ ਵੀ ਸਪੋਰਟ ਹੈਗੀ ਆ, ਫਿਰ ਤੂੰ ਸਮਾਜ ਸੇਵਾ ਨੂੰ ਵੀ ਪ੍ਰੈਫਰ ਕਰਦੀ ਆ ਵੀ ਆਪਾਂ ਸਮਾਜ ਸੇਵੀ ਬਣਾਂਗੇ, ਆਪਾਂ ਜ਼ਿੰਦਗੀ 'ਚ ਨਾ ਔਰਤਾਂ ਲਈ, ਲੜਕੀਆਂ ਲਈ ਕੁਝ ਕਰਾਂਗੇ, ਅਸੀਂ ਰਲ ਮਿਲ ਕੇ ਕੁਛ ਨਾ ਕੁਛ ਕਰਨਾ ਹੈ। ਮੈਂ ਕਾਲਜ ਲਾਈਫ ਦੇ ਵਿੱਚ ਵੀ ਬੜੀਆਂ ਚੀਜ਼ਾਂ 'ਚ ਪਾਰਟੀਸਪੇਟ ਕੀਤਾ। ਮੇਰੇ ਖਿਆਲ 'ਚ ਵੀ ਮੈਂ ਕੋਈ ਚੀਜ਼ ਛੱਡੀ ਨਹੀਂ ਜਿਹਦੇ 'ਚ ਮੈਂ ਨਹੀਂ ਇਨਵੋਲਵ ਹੋਈਗੀ।
ਤੇ ਉਹ ਚੀਜ਼ਾਂ ਨੇ ਮੇਰੇ ਦਿਮਾਗ ਦੇ ਵਿੱਚ ਨਾ ਗੱਲਾਂ ਨੇ ਜਿਹੜੀਆਂ ਰਿਪੀਟ ਹੁੰਦੀਆਂ ਘਰ ਕਰਦੀਆਂ ਗਈਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਨਾ ਆਪਾਂ ਲੋਕਾਂ ਲਈ ਕੰਮ ਕਰਨਾ, ਚਾਹੇ ਲੇਡੀਜ਼ ਹੈ ਚਾਹੇ ਜੈਂਟਸ ਹੈ, ਪਰ ਲੇਡੀਜ਼ ਨੂੰ ਮੇਨ ਮੂਹਰੇ ਰੱਖਾਂਗੇ। ਤੁਸੀਂ ਇਹ ਕਿਹਾ ਵੀ ਕੋਈ ਐਸੀ ਚੀਜ਼ ਨਹੀਂ ਜਿਹੜੀ ਮੈਂ ਛੱਡੀ ਨਹੀਂ, ਪਰ ਫਿਰ ਵੀ ਜ਼ਿੰਦਗੀ ਬਹੁਤ ਪਈ ਹੈ। ਕੋਈ ਇਸ ਤਰ੍ਹਾਂ ਦਾ ਹੋਵੇ ਵੀ ਮੈਂ ਆਹ ਕੰਮ ਜ਼ਰੂਰ ਕਰਨਾ ਹੈ ਕੁਝ ਇਸ ਤਰ੍ਹਾਂ ਦਾ? ਚਲੋ ਵੈਸੇ ਤਾਂ ਵਾਹਿਗੁਰੂ ਜੀ ਦੀ ਮਿਹਰ ਨਾਲ ਜਾਣਦੇ ਆ ਸਾਰੇ, ਪਰ ਇੱਕ ਹਜੇ ਵੀ ਮੁਕਾਮ ਹਾਸਲ ਕਰਨਾ, ਉਹ ਪਲੇਟਫਾਰਮ ਹਜੇ ਵੀ ਨਹੀਂ ਮੈਨੂੰ ਲੱਗ ਰਿਹਾ ਵੀ ਮਿਲਿਆ ਮੈਨੂੰ। ਮੈਂ ਜ਼ਿੰਦਗੀ ਦੇ ਵਿੱਚ ਆਪਣੇ ਜਿਹੜੇ ਮੈਂ ਗਰੀਬ ਲੋਕ ਨਹੀਂ ਕਹੂੰਗੀ, ਜ਼ਰੂਰਤਮੰਦ ਲੋਕ ਜਿਨ੍ਹਾਂ ਨੂੰ ਮੈਨੂੰ ਲੱਗਦਾ ਵੀ ਸਾਡੀ ਲੋੜ ਹੈ, ਉਹਨਾਂ ਦੇ ਲਈ ਬਹੁਤ ਕੁਝ ਕਰਨਾ ਚਾਹੁੰਦੀ ਆ। ਉਹ ਹਜੇ ਪਲੇਟਫਾਰਮ ਲੱਗਦਾ ਮੈਨੂੰ, ਮੈਂ ਲੀਹ ਤੇ ਗੱਡੀ ਚੜੀ ਨਹੀਂ ਆ। ਦੋ ਗੱਲਾਂ ਆ ਗਈਆਂ, ਇੱਕ ਤੁਸੀਂ ਇਹ ਕਿਹਾ ਵੀ ਮੈਂ ਇੱਕ ਮੁਕਾਮ ਹਾਸਲ ਕਰਨਾ ਚਾਹੁੰਦੀ ਹਾਂ, ਤੇ ਦੂਸਰਾ ਇਹ ਕਿਹਾ ਵੀ ਮੈਂ ਜ਼ਰੂਰਤਮੰਦ ਲੋਕਾਂ ਦੇ ਲਈ ਕੁਝ ਕਰਨਾ ਚਾਹੁੰਦੀ ਹਾਂ। ਉਹ ਮੁਕਾਮ ਆਪਣੀ ਸ਼ੌਹਰਤ ਦੇ ਲਈ ਜਾਂ ਉਹਨਾਂ ਲੋਕਾਂ ਦੇ ਲਈ, ਤੇ ਕਿਹੜਾ ਮੁਕਾਮ ਚਾਹੁੰਦੇ ਹੋ? ਨਹੀਂ, ਇਹ ਉਹਨਾਂ ਲੋਕਾਂ ਦੇ ਲਈ। ਮੈਨੂੰ ਸ਼ੌਹਰਤ ਦਾ ਕੋਈ, ਕਿਸੇ ਚੀਜ਼ ਦਾ ਕੋਈ ਨਹੀਂ ਆ। ਹਰ ਇੱਕ ਇਨਸਾਨ ਨੂੰ 2 ਟਾਈਮ ਦੀ ਰੋਟੀ ਚਾਹੀਦੀ ਹੁੰਦੀ ਆ। ਮੈਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦੀ ਹਾਂ ਕਿ ਮੈਂ ਬਹੁਤ ਵਧੀਆ ਬਿਜ਼ਨਸ ਦੇ ਵਿੱਚ ਆ, ਬਹੁਤ ਸੋਹਣੀ ਰੋਟੀ ਖਾ ਕੇ ਸੋ ਰਹੇ ਹਾਂ। ਹਰ ਇੱਕ ਚੀਜ਼ ਪਰਮਾਤਮਾ ਦੇ ਰਿਹਾ ਔਰ ਉਹਦਾ ਸ਼ੁਕਰੀਆ ਅਦਾ ਕਰਦੀ। ਪਰ ਕਿਤੇ ਨਾ ਕਿਤੇ ਜਿਵੇਂ ਦੇਖਦੇ ਹਾਂ ਸਾਡੇ ਸਮਾਜ ਦੇ ਵਿੱਚ ਬੜੀਆਂ ਟ੍ਰੈਜਡੀਆਂ ਨੇ, ਬਹੁਤ ਦੁੱਖ ਹੈ, ਤਾਂ ਉਹਨਾਂ ਲੋਕਾਂ ਦੇ ਲਈ ਜਿਹੜਾ ਮੈਂ ਮੁਕਾਮ ਦੀ ਗੱਲ ਕਰ ਰਹੀ ਹਾਂ, ਉਹਨਾਂ ਲੋਕਾਂ ਦੇ ਲਈ ਮੈਂ ਕੁਝ ਕਰਨਾ ਚਾਹੁੰਦੀ ਹਾਂ ਕਿ ਮੈਂ ਉਹਨਾਂ ਦੇ ਕੰਮ ਆ ਸਕਾਂ। ਇੱਕ ਔਰਤ ਹੁੰਦੀ ਹੈ, ਤੇ ਔਰਤ ਹੀ ਔਰਤ ਦੀ ਵੈਸੇ ਦੁਸ਼ਮਣ ਵੀ ਹੁੰਦੀ ਹੈ, ਪਰ ਇੱਕ ਔਰਤ ਦੇ ਨਾਲ ਗੱਲ ਵੀ ਦਿਲ ਖੋਲ ਕੇ ਕਰ ਲੈਂਦੀ ਹੈ। ਤੁਸੀਂ ਔਰਤ ਹੋ, ਤੁਸੀਂ ਸਮਾਜ ਸੇਵੀ ਹੋ, ਬੜੀਆਂ ਔਰਤਾਂ ਤੁਹਾਡੇ ਨਾਲ ਦਿਲ ਖੋਲ ਕੇ ਗੱਲ ਕਰ ਲੈਂਦੀਆਂ ਹੋਣਗੀਆਂ। ਕੁਝ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਲੱਗਦਾ ਹੋਵੇ ਵੀ ਇਸ ਲੇਡੀ ਨੇ ਮੇਰੇ ਨਾਲ ਆਹ ਕੀਤੀ, ਕਿਉਂਕਿ ਸਮਾਜ ਦੇ ਵਿੱਚ ਹਰ ਤਰ੍ਹਾਂ ਦੇ ਇਨਸਾਨ ਰਹਿੰਦੇ ਆ। ਜਦੋਂ ਤੁਸੀਂ ਸਮਾਜ ਦੇ ਵਿੱਚ, ਆਪਾਂ ਹੁਣ ਗੱਲ ਕਰ ਲਈਏ ਤਾਂ ਪਹਿਲਾ ਕਦਮ ਪੁੱਟਿਆ, ਮਾਰਕੀਟ ਦੇ ਵਿੱਚ ਗਏ, ਤਾਂ ਲੋਕਾਂ ਦੀ ਜਿਹੜੀ ਨਿਗਾਹ ਸੀ ਤੁਹਾਡੇ ਪ੍ਰਤੀ ਕਿੱਦਾਂ ਦੀ ਸੀ? ਜਿਸ ਟਾਈਮ ਮੈਂ ਪਹਿਲਾਂ ਕਦੇ ਇਦਾਂ ਦਾ ਕੁਝ ਨਹੀਂ ਫੀਲ ਮਹਿਸੂਸ ਹੋਇਆ, ਕਦੇ ਇਦਾਂ ਦਾ ਲੱਗੇ ਨਹੀਂ, ਕਿਉਂਕਿ ਫਾਦਰ ਸਾਹਿਬ ਨੇ ਕਦੇ ਐਂ ਕੁੜੀਆਂ ਵਾਂਗੂ ਰੱਖਿਆ ਹੀ ਨਹੀਂ ਸੀ। ਉਹ ਕਹਿੰਦੇ ਸੀ ਵੀ ਮੇਰੇ ਪੁੱਤ ਹੈ, ਤੇ ਹਮੇਸ਼ਾ ਇੱਕ ਗੱਲ ਕਹੀ ਸੀ, ਪੁੱਤਾਂ ਵਾਂਗੂ ਬਣਨਾ, ਡਰਨਾ ਨਹੀਂ ਹੈ ਕਦੇ ਤੋਂ। ਜੇ ਕੋਈ ਚੀਜ਼ ਗਲਤ ਹੁੰਦੀ ਉਹਨੂੰ ਗਲਤ ਕਹਿਣ ਦਾ ਦਮ ਰੱਖਣਾ, ਕਦੇ ਝੂਠ ਨਹੀਂ ਬੋਲਣਾ, ਸੱਚਾਈ ਦੇ ਰਸਤੇ ਤੇ ਚੱਲਣਾ। ਚਾਹੇ ਤੁਹਾਡਾ ਕੋਈ ਆਪਣਾ ਵੀ ਲੱਗਦਾ ਨਾ ਵੀ ਇਹ ਗਲਤ ਕਰ ਰਿਹਾ, ਤਾਂ ਉੱਥੇ ਖੜੇ ਹੋ ਜਾਓ ਵੀ ਹਾਂ ਇਹ ਗਲਤ ਹੈ। ਲੇਡੀਜ਼ ਨੂੰ ਮਿਲਣਾ, ਲੇਡੀਜ਼ ਤੇ ਵਿਚਰਨਾ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਬਹੁਤ। ਮੈਂ ਲੇਡੀਜ਼ ਪੱਖੋਂ ਵੀ ਉਤਰਾ ਚੜਾ ਦੇਖੇ ਆ ਵੀ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ, ਕਿਤੇ ਨਾ ਕਿਤੇ ਐਂ ਲੱਗਦਾ ਕਿ ਇਹ ਅੱਗੇ ਆ ਰਹੀ ਆ, ਮੈਂ ਪਿੱਛੇ ਰਹਿ ਗਈ ਹਾਂ ਜਾਂ ਇਹ ਹੈ। ਪਰ ਮੇਰੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਕਦੇ ਵੀ ਨਹੀਂ ਆ। ਮੈਂ ਜ਼ਿੰਦਗੀ ਦਾ ਇੱਕ ਟੀਚਾ ਇਹੀ ਲੈ ਕੇ ਚੱਲੀ ਹਾਂ ਕਿ ਪਿੱਛਾ ਮੁੜ ਕੇ ਨਾ ਵੇਖੋ, ਅੱਗੇ ਚਲੀ ਚੱਲੋ। ਮੇਰੇ ਨਾਲ ਜੁੜੀਆਂ ਹੋਈਆਂ ਫਰੈਂਡ ਸਰਕਲ, ਆਮ ਬੀਬੀਆਂ, ਕੋਈ ਵੀ ਆ, ਮੈਂ ਕਿਤੇ ਵੀ ਜਾਣਾ ਮੈਂ ਉਹਨਾਂ ਨੂੰ ਮੂਹਰੇ ਕਰਦੀ ਸੀ। ਕਿਸੇ ਸਾਡੀ ਜਗ੍ਹਾ ਤੇ ਇੰਟਰਵਿਊ ਹੋਣੀ ਆ, ਕਿਤੇ ਸਾਡੀ ਕੋਈ ਬਾਈਟ ਲੈ ਰਿਹਾ, ਉਹਨਾਂ ਨੂੰ ਮੈਂ ਮੂਹਰੇ ਕਰਨਾ ਕਿ ਯਾਰ ਬੋਲੋ। ਉਹ ਮੈਨੂੰ ਕਈ ਵਾਰ ਨਾ ਪਿੱਛੋਂ ਦੀ ਹੱਥ ਮਾਰਨ ਲੱਗ ਜਾਂਦੀਆਂ, ਨਹੀਂ ਸਾਡੇ ਤੋਂ ਬੋਲਿਆ ਨਹੀਂ ਜਾਣਾ। ਮੈਂ ਕਹਿੰਦਾ ਨਾ ਯਾਰ ਅਸੀਂ ਕਿਉਂ ਨਹੀਂ ਬੋਲ ਸਕਦੇ? ਇਹ ਸਾਡੇ 'ਚ, ਅਸੀਂ ਘਰੇ ਬੋਲ ਸਕਦੇ, ਅਸੀਂ ਹਰ ਜਗ੍ਹਾ ਤੇ ਰੌਲਾ ਪਾ ਸਕਦੇ ਹਾਂ, ਅਸੀਂ ਸਾਹਮਣੇ ਕਿਉਂ ਨਹੀਂ ਬੋਲ ਸਕਦੇ? ਬੋਲਣਾ ਕੀ ਆ? ਅਸੀਂ, ਸਾਡੇ ਅੰਦਰ ਜਜ਼ਬਾ ਹੋਣਾ ਚਾਹੀਦਾ, ਸਟਰੋਂਗਨੈਸ ਹੈ। ਅਸੀਂ ਇੱਕ ਉਹ ਔਰਤਾਂ ਜਿਨ੍ਹਾਂ ਨੇ ਗੁਰੂਆਂ ਪੀਰਾਂ ਨੂੰ ਜਨਮ ਦਿੱਤਾ। ਦੁਨੀਆ ਦੇ ਵਿੱਚ ਅਗਰ ਤੁਸੀਂ ਲੋਕ ਸਮਾਜ ਦੇ ਵੇਖ ਰਹੇ ਹੋ ਤਾਂ ਇੱਕ ਔਰਤ ਦੀ ਕੁੱਖ 'ਚ ਜਨਮ ਲੈਣ ਤੋਂ ਬਾਅਦ ਇੱਕ ਔਰਤ ਇੰਨੀ ਸਟਰੋਂਗ ਹੈਗੀ, ਤਾਂ ਫਿਰ ਅਸੀਂ ਕਿਉਂ ਨਹੀਂ ਕੁਝ ਕਰ ਸਕਦੇ? ਉਹ ਬਹੁਤ ਸਭ ਕਿਤੇ ਨਾ ਕਿਤੇ ਲੱਗਦਾ ਵੀ, ਮੈਂ ਇਹ ਨਹੀਂ ਕਹਿੰਦੀ ਵੀ ਮੈਂ ਲਿਆਂਦੀ ਅੱਗੇ, ਪਰ ਮੈਂ ਇਹ ਕਹੂੰਗੀ ਵੀ ਇੱਕ ਦੂਜੇ ਦੀ ਸਪੋਰਟ ਨਾਲ ਅੱਗੇ ਆਈਆਂ। ਬਿਲਕੁਲ, ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਕਿ ਔਰਤ ਜਿਹੜੀ, ਜਿਨ੍ਹਾਂ ਨੇ ਰਾਜਿਆਂ ਨੂੰ ਜਨਮ ਦਿੱਤਾ, ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਸੌ ਕੇ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਪਰ ਕਈ ਵਾਰੀ ਔਰਤਾਂ ਜਿਹੜੀਆਂ ਨੇ ਬਹਿਕ ਜਾਂਦੀਆਂ ਨੇ, ਸਮਾਜ, ਦੁਨੀਆਦਾਰੀ, ਇਸ ਤਰੀਕੇ ਨਾਲ ਵੀ ਤੁਸੀਂ ਸਮਾਜ 'ਚ ਦੇਖਿਆ ਹੋਣਾ ਕਿ ਪੈਰ ਜਦੋਂ ਉਖੜ ਜਾਂਦੇ ਨੇ ਔਰਤ ਦੇ, ਇੱਦਾਂ ਦੀਆਂ ਔਰਤਾਂ ਵੀ ਮਿਲੀਆਂ ਹੋਣਗੀਆਂ ਰਾਜ। ਹਰ ਤਰ੍ਹਾਂ ਦੀਆਂ ਲੇਡੀਜ਼ ਨਾਲ, ਬੱਚੀਆਂ ਨਾਲ, ਭੈਣਾਂ ਨਾਲ ਵਿਚਰੀ ਆ, ਬਹੁਤ ਉਤਰਾ ਚੜਾ ਦੇਖੇ ਵੀ ਆ, ਸੁਣੇ ਵੀ ਆ, ਉਹਨਾਂ ਵਿੱਚੋਂ ਆਪ ਵੀ ਕਿਤੇ ਨਾ ਕਿਤੇ ਲੰਘੇ ਆ, ਬਹੁਤ ਕੁਝ ਦੇਖਿਆ। ਆਪ ਲੰਘਣ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਕੀ ਤੁਹਾਨੂੰ, ਮੈਂ ਇਹੀ ਕਹਿ ਰਿਹਾ ਵੀ ਤੁਸੀਂ ਦੱਸਿਆ ਵੀ ਮੇਰਾ ਵਿਆਹ ਜਿਹੜਾ ਸੀ ਆਈ ਥਿੰਕ ਪਾਰਟ 1 'ਚ ਸੀ। ਹਾਂਜੀ, ਫਸਟ ਈਅਰ ਦੇ ਸਟੂਡੈਂਟ ਸੀ, ਤੇ ਤੁਹਾਡਾ ਵਿਆਹ ਹੋ ਗਿਆ। ਉਸ ਦਰਮਿਆਨ ਤੁਸੀਂ ਸਮਾਜ ਸੇਵਾ ਕਰਦੇ ਸੀ? ਹਾਂਜੀ, ਮੈਂ ਕਾਲਜ ਦੇ ਵਿੱਚ ਸਮਾਜ ਸੇਵਾ ਕਰਦੀ ਸੀ। ਹਸਬੈਂਡ ਨੇ ਰੋਕਿਆ ਨਹੀਂ? ਜਦੋਂ ਮੇਰੀ ਮੈਰਿਜ ਹੋਈ ਆ ਫਸਟ ਈਅਰ ਦੇ, ਮੈਂ ਐਗਜ਼ਾਮ ਵੀ ਮੈਰਿਜ ਤੋਂ ਬਾਅਦ ਦਿੱਤੇ ਆ। ਮੈਰਿਜ ਤੋਂ ਬਾਅਦ ਵੀ ਮੇਰੀ ਮੇਨ ਇੱਕੋ ਹੀ ਸੀਗਾ ਕਿ ਮੈਂ ਸਟੱਡੀ ਕਰਨੀ ਹੈ, ਮੈਂ ਪੜ੍ਹਨਾ ਅੱਗੇ, ਤੇ ਮੈਂ ਜ਼ਿੰਦਗੀ 'ਚ ਕੁਛ ਹਾਸਲ ਕਰਨਾ। ਚਲੋ ਮੈਨੂੰ ਮੇਰੇ ਇਨਲਾਸ ਨੇ ਸਪੋਰਟ ਵੀ ਕੀਤੀ ਉਸ ਟਾਈਮ ਤੇ। ਬਾਕੀ ਕੋਈ ਟਾਈਮ ਇੱਦਾਂ ਦਾ, ਹਾਲਾਤ ਇਸ ਤਰ੍ਹਾਂ ਦੇ ਆ ਗਏ ਕਿ ਸਾਨੂੰ ਸੈਪਰੇਟ ਹੋਣਾ ਪੈ ਗਿਆ ਲਾਈਫ ਦੇ ਵਿੱਚ।
ਸਪੋਰਟ ਬਹੁਤ ਸੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਕੋਈ ਟ੍ਰੈਜਡੀ ਇਦਾਂ ਦੀ ਆਈ ਮੈਂ ਉਹ ਮੈਂਸ਼ਨ ਨਹੀਂ ਕਰਨਾ ਚਾਹੂੰਗੀ। ਤਾਂ ਸਾਨੂੰ ਦੋਨਾਂ ਨੂੰ ਆਪਣਾ ਰਸਤਾ ਅਲੱਗ ਕਰਨਾ ਪੈ ਗਿਆ। ਓਕੇ, ਹਾਂਜੀ, ਦੁਬਾਰਾ ਵੀ ਮੈਰਿਜ ਹੋ ਚੁੱਕੀ ਆ ਤੇ ਹੁਣ ਤੁਸੀਂ ਆਪਣੇ ਘਰ 'ਚ ਖੁਸ਼ ਹੋ? ਹਾਂਜੀ, ਮੈਂ ਖੁਸ਼ ਹਾਂ। ਹੁਣ ਜਿਹੜੀ ਮੰਜ਼ਿਲ ਮਿਲੀ ਹੈ, ਸੰਤੁਸ਼ਟ ਹੋ? ਲਾਈਫ 'ਚ ਇਹਦੇ 'ਚ ਵੀ ਥੋੜੀ ਜਿਹੀ ਡਿਸਟਰਬੈਂਸ ਆਈ ਹੈ ਜੀ। ਸਵਾ ਕੁ ਸਾਲ ਥੋੜਾ ਜਿਹਾ ਟਾਈਮ ਪੀਰੀਅਡ ਇਦਾਂ ਦਾ ਦੇਖਿਆ। ਮੈਂ ਇੱਕ ਗੱਲ ਕਹਿਣਾ ਜ਼ਰੂਰ ਚਾਹੂੰਗੀ ਵੀ ਜਿਸ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਹਰ ਪੱਖ 'ਚੋਂ ਬਹੁਤ ਵਧੀਆ ਜ਼ਿੰਦਗੀ ਜੀ ਹੋਵੇ, ਲਾਈਫ ਨੂੰ ਇੰਜੋਏ ਵੀ ਕੀਤਾ ਹੋਵੇ। ਵੀ ਜ਼ਿੰਦਗੀ ਮੈਂ ਕਈ ਵਾਰ ਮੈਂ ਲਿਖ ਕੇ ਵੀ ਪਾਉਣੀ ਹੁੰਦੀ ਆ ਵੀ ਜ਼ਿੰਦਗੀ ਬਹੁਤ ਛੋਟੀ, ਇਹਨੂੰ ਜ਼ਿੰਦਗੀ ਨੂੰ ਜਿੰਨਾ ਜੀਆ ਜਾਂਦਾ ਹੱਸ ਖੇਡ ਕੇ ਜੀ ਲਓ। ਬਹੁਤ ਇੰਜੋਏ ਨਾਲ ਲਾਈਫ ਜੀ, ਪਰ ਟ੍ਰੈਜਡੀ ਹੋ ਗਈ ਕੋਈ ਇੱਦਾਂ ਦੀ, ਡਿਵੋਰਸ ਹੋ ਗਿਆ। ਦੁਬਾਰਾ ਮੈਰਿਜ ਜਿੱਥੇ ਹੋਈ ਉੱਥੇ ਵੀ ਥੋੜਾ ਡਿਸਪਿਊਟ ਚੱਲਿਆ। ਚਲੋ ਕਹਿੰਦੇ ਹੁੰਦੇ ਆ ਵੀ ਪ੍ਰਮਾਤਮਾ ਅਗਰ ਸਾਥ ਦਵੇ ਤੇ ਤੁਸੀਂ ਸਹੀ ਹੋ, ਸੱਚ ਹੈ, ਤਾਂ ਉੱਥੇ ਪ੍ਰਮਾਤਮਾ ਸਾਥ ਜ਼ਰੂਰ ਦਿੰਦਾ। ਤੁਸੀਂ ਫਿਰ ਤਾਂ ਹੋ ਗਈ। ਹਾਂ, ਦੇਖੋ ਇਹੀ ਗੱਲ ਹੈ ਕਿ ਕਿਤੇ ਨਾ ਕਿਤੇ ਔਰਤ ਦਾ ਬਾਹਰ ਕਦਮ ਰੱਖਣਾ ਹੀ ਤਾਂ ਕਿਤੇ ਡਿਸਪਿਊਟ ਦਾ ਕਾਰਨ ਤਾਂ ਨਹੀਂ ਬਣਦਾ। ਨਹੀਂ ਸਰ, ਮੈਂ ਇਸ ਮਾਮਲੇ ਦੇ ਵਿੱਚ ਲੱਕੀ ਹਾਂ ਜੀ। ਮੈਨੂੰ ਮੇਰੇ ਹੁਣ ਵਾਲੇ ਹਸਬੰਡ ਵੱਲੋਂ ਵੀ ਬਹੁਤ ਸਪੋਰਟ ਹੈ ਜੀ। ਕੋਈ ਪ੍ਰੋਬਲਮ ਨਹੀਂ ਹੈ ਜੀ, ਮੇਰੀ ਫੁੱਲੀ ਸਪੋਰਟ ਕਰਦੇ ਨੇ, ਈਵਨ ਨਾਲ ਜਾਂਦੇ ਨੇ ਜੀ। ਬਿਲਕੁਲ, ਇਹ ਬਹੁਤ ਅੱਛੀ ਗੱਲ ਹੈ। ਇਹ ਬਾਕੀ ਤੁਹਾਡਾ ਥੈਂਕਸ ਇਹਨਾਂ ਦੇ ਹਸਬੰਡ ਸਾਹਿਬ ਜਿਹੜੇ ਇਹਨਾਂ ਦੇ ਨਾਲ ਜਾਂਦੇ ਨੇ, ਇਹਨਾਂ ਨੂੰ ਸਪੋਰਟ ਕਰਦੇ ਨੇ ਕਿਉਂਕਿ ਇਹ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਨੇ। ਠੀਕ ਹੈ, ਕਈ ਜਗ੍ਹਾ ਤੇ ਹਸਬੈਂਡ ਨਹੀਂ ਜਾ ਪਾਉਂਦੇ, ਪਰ ਫਿਰ ਉੱਥੇ ਮੈਂ ਦੁਬਾਰਾ ਇੱਕ ਵਾਰੀ ਫੇਰ ਆਊਂਗਾ ਕਿ ਜਦੋਂ ਔਰਤ ਸਮਾਜ ਦੇ ਵਿੱਚ ਨਿਕਲਦੀ ਹੈ, ਕਈ ਜਗ੍ਹਾ ਤੇ ਇਕੱਲੇ ਵੀ ਜਾਣਾ ਪੈਂਦਾ ਹੈ। ਤੁਹਾਡੀ ਆਵਾਜ਼ ਦੇ ਵਿੱਚ ਇੱਕ ਫੋਰਸ ਹੈ, ਪਤਾ ਲੱਗਦਾ ਹੈ ਵੀ ਇਸ ਲੇਡੀ ਦੇ ਵਿੱਚ ਬਹੁਤ ਆਤਮ ਵਿਸ਼ਵਾਸ ਹੈ ਜੀ। ਆਤਮ ਵਿਸ਼ਵਾਸ ਤੁਹਾਡੇ 'ਚ ਹੈਗਾ, ਤੁਸੀਂ ਮਾਰਕੀਟ 'ਚ ਜਾਂਦੇ ਹੋ, ਮੈਂ ਤੁਹਾਨੂੰ ਇਹੀ ਕਹਿ ਰਿਹਾ। ਤਾਂ ਔਰਤ ਇੱਕ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਇਨਸਾਨ ਦੀ ਅੱਖ ਪੜ੍ਹ ਲੈਂਦੀ ਹੈ ਜੀ। ਕਈ ਅੱਖਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਹੋਣਗੀਆਂ ਜੀ, ਬਿਲਕੁਲ, ਜਿਨ੍ਹਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੋਏਗਾ, ਤੇ ਫਿਰ ਉਹਨਾਂ ਨੂੰ ਟੈਕਲ ਕਿੱਦਾਂ ਕਰਦੇ? ਬੜੇ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਜਿਸ ਟਾਈਮ ਮੈਂ ਰਾਜਨੀਤੀ ਦੇ ਵਿੱਚ ਆਈ। ਉਸ ਟਾਈਮ ਤੇ ਦੇਖਣ ਨੂੰ ਬਹੁਤ ਕੁਛ, ਮਤਲਬ ਬੜੇ ਉਤਰਾਅ ਚੜ੍ਹਾਅ। ਜਿੱਦਾਂ ਮੈਂ ਪਹਿਲਾਂ ਵੀ ਕਹਿ ਰਹੀ ਸੀ, ਤੁਸੀਂ ਵੀ ਮੈਨੂੰ ਕੁਐਸਚਨ ਕੀਤਾ ਸੀ, ਜਿੱਦਾਂ ਲੇਡੀਜ਼ ਇੱਕ ਬਾਹਰ ਨਿਕਲਦੀ ਹੈ ਤਾਂ ਉਹ ਜਿਹੜਾ ਸਾਡਾ ਸਮਾਜ ਹੈ ਨਾ, ਉਹ ਮਤਲਬ ਇਦਾਂ ਦੇਖਦਾ ਜਿਵੇਂ ਪਤਾ ਨਹੀਂ ਕਿਸੇ ਨੇ, ਇੱਕ ਔਰਤ ਨੇ ਗੁਨਾਹ ਕਰਤਾ ਹੁੰਦਾ, ਬਹੁਤ ਵੱਡਾ ਗੁਨਾਹ ਕਰਤਾ ਹੁੰਦਾ। ਤਾਂ ਕਿਸੇ ਦੀ ਸੋਚ ਚੰਗੀ ਵੀ ਹੁੰਦੀ ਆ, ਕਿਸੇ ਦੀ ਵੀ ਮਾੜੀ ਹੁੰਦੀ ਆ। ਉਹ ਬਸ ਆਪਾਂ ਹੁਣ ਇੱਕ ਔਰਤ ਨੂੰ ਪਰਮਾਤਮਾ ਨੇ ਐਡਾ ਕੁ ਜਜ਼ਬਾ ਬਣਾਇਆਗਾ ਕਿ ਉਹ ਸਾਹਮਣੇ ਵਾਲੇ ਬੰਦੇ ਦੀ ਫਿਤਰਤ ਨੂੰ ਭਾਂਪ ਲੈਂਦੀ ਆ ਜੀ। ਬਿਲਕੁਲ, ਕਿ ਇਹਦੀ ਸੋਚ ਕਿੱਧਰ ਜਾ ਰਹੀ ਆ। ਉਹ ਤਾਂ ਹੁਣ ਆਪਣੇ ਤੇ ਡਿਪੈਂਡ ਆ, ਆਪਾਂ ਅਗਲੇ ਦੇ ਨਾਲ ਕਿੱਦਾਂ ਚੱਲਣਾ। ਸਾਹਮਣੇ ਵਾਲਾ ਬੰਦਾ ਰੌਂਗ ਜਾ ਰਿਹਾ ਤਾਂ ਅਸੀਂ ਆਪਣੇ ਆਪ ਨੂੰ ਰੌਂਗ ਰਸਤੇ ਲੈ ਕੇ ਜਾਣਾ, ਕਿ ਅਸੀਂ ਉਸ ਚੀਜ਼ ਨੂੰ ਰਿਅਲਾਈਜ਼ ਕਰਾਉਣਾ ਅਗਲੇ ਨੂੰ ਯੂ ਆਰ ਰੌਂਗ, ਤੇ ਅਸੀਂ ਆਪਣੇ ਆਪ ਦਾ ਪਲੜਾ ਕਿੱਦਾਂ ਭਾਰੀ ਰੱਖਣਾ। ਮਤਲਬ ਮੈਂ ਕਹਿੰਦੀ ਹਾਂ ਵੀ ਲੇਡੀਜ਼ ਤੇ ਡਿਪੈਂਡ ਹੈ। ਬਿਲਕੁਲ, ਇਹ ਵਾਕਈ ਗੱਲ ਮੈਡਮ ਹੋਰਾਂ ਨੇ ਜਿਹੜੀ ਕੀਤੀ ਕਿ ਇਹ ਲੇਡੀਜ਼ ਤੇ ਡਿਪੈਂਡ ਹੁੰਦਾ ਵੀ ਉਹ ਲੇਡੀਜ਼ ਕਿੰਨਾ ਮਜ਼ਬੂਤ ਰਹੇ ਨੇ, ਕਿਉਂਕਿ ਪੱਗ ਪੱਗ ਤੇ ਕੰਡੇ ਨੇ। ਔਰਤ ਨੇ ਉਹਨਾਂ ਕੰਡਿਆਂ ਨੂੰ ਮਖਮਲ ਸਮਝ ਕੇ ਉਹਦੇ ਤੇ ਤੁਰਨਾ ਹੁੰਦਾ। ਮੇਰਾ ਸਰ ਬਿਜ਼ਨਸ ਵੀ ਮੇਲ ਪਰਸਨ ਨਾਲ ਹੀ ਜ਼ਿਆਦਾਤਰ ਹੈ। ਮੈਂ ਬਠਿੰਡਾ ਦੇ ਵਿੱਚ ਇਕੱਲੀ ਫੀਮੇਲ ਆ ਜਿਹੜੀ ਗੈਸ ਏਜੰਸੀ ਰਨ ਕਰ ਰਹੀ ਹਾਂ। ਜਿੱਦਾਂ ਸਾਡੀਆਂ ਮੀਟਿੰਗਸ ਹੁੰਦੀਆਂ ਤਾਂ 35 ਡਿਸਟ੍ਰੀਬਿਊਟਰਸ ਮੇਲ ਪਰਸਨ ਨੇ, ਮੈਂ ਇਕੱਲੀ ਲੇਡੀ ਹੁੰਦੀ ਆ ਮੀਟਿੰਗ ਦੇ ਵਿੱਚ। ਤਾਂ ਮੈਨੂੰ ਕਦੇ ਇਦਾਂ ਦਾ ਲੱਗਿਆ ਹੀ ਨਹੀਂ ਹੈਗਾ ਵੀ ਔਡ ਲੱਗੇ, ਕਿਉਂਕਿ ਜਦੋਂ ਬਿਜ਼ਨਸ ਦੇ ਵਿੱਚ ਵੀ ਆਏ ਆ ਤਾਂ ਪਤਾ ਸੀ ਸਾਰੇ ਉਤਰਾਅ ਚੜ੍ਹਾਅ ਕਿੱਦਾਂ ਦੇ ਆਉਣੇ ਆ, ਪਬਲਿਕ ਡੀਲਿੰਗ ਕਰਨੀ ਆ, ਕਿਸੇ ਨੂੰ ਕੋਈ ਪ੍ਰੋਬਲਮ ਕ੍ਰੀਏਟ ਹੋ ਰਹੀ ਆ, ਸਟਾਫ ਤੋਂ ਨਹੀਂ ਸੋਲਡ ਆਊਟ ਹੋ ਰਹੀ ਤਾਂ ਉਹ ਕਹਿਣਗੇ ਮੈਮ ਨੂੰ ਬੁਲਾ ਦਿਓ, ਤਾਂ ਸਾਹਮਣੇ ਵਾਲੇ ਪਰਸਨ ਨਾਲ ਬਹੁਤ ਵਧੀਆ ਤਰੀਕੇ ਨਾਲ ਡੀਲਿੰਗ ਕਰਦੇ। ਕਦੇ ਇੱਦਾਂ ਲੱਗਿਆ ਹੀ ਨਹੀਂ ਵੀ ਇਹ ਸਾਹਮਣੇ ਵਾਲਾ ਪਰਸਨ ਮੇਲ ਹੈ ਜਿੱਦਾਂ। ਤਾਂ ਬਸ ਐਂ ਲੱਗਦਾ ਹੁੰਦਾ ਵੀ ਠੀਕ ਹੈ, ਕੋਈ ਫਰਕ ਆਏ ਲੱਗਣ ਵਾਲੀ ਗੱਲ ਹੈ ਹੀ ਨਹੀਂ ਵੀ ਕੋਈ ਇੱਦਾਂ ਦੀ ਮੈਨੂੰ ਫੀਲ ਹੁੰਦਾ ਹੋਵੇ। ਸਮਾਜ ਸੇਵਾ, ਅਸੀਂ ਸਾਰੇ ਸਮਾਜ ਸੇਵਾ ਕਰ ਰਹੇ ਹਾਂ, ਤੁਸੀਂ ਕੀ ਵੱਖਰਾ ਕਰਨਾ ਚਾਹੁੰਦੇ ਹੋ? ਮੈਂ ਸਰ ਲੇਡੀਜ਼ ਲਈ, ਲੜਕੀਆਂ ਲਈ ਕਰਨਾ ਚਾਹੁੰਦੀ ਹਾਂ, ਕਿਉਂਕਿ ਇੱਕ ਚੀਜ਼ ਮੈਂ ਜਿੱਦਾਂ ਪਹਿਲਾਂ ਕਹਿ ਕੇ ਹਟੀ ਹਾਂ ਵੀ ਮੈਂ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਹਾਂ। ਮੈਂ ਵੀ ਆਪਣੇ ਟਾਈਮ ਦੇ ਵਿੱਚ ਇਸ ਸਵਾ ਸਾਲ ਦੇ ਵਿੱਚ ਬਹੁਤ ਮਾੜਾ ਟਾਈਮ ਦੇਖਿਆ। ਮੈਂ ਉਸ ਤੋਂ ਪਹਿਲਾਂ ਲੜਕੀਆਂ ਲਈ ਹੀ ਕੰਮ ਕਰਦੀ ਸੀ, ਬੱਚਿਆਂ ਲਈ ਜਿਨ੍ਹਾਂ ਦੇ ਨਾਲ ਜਿੱਦਾਂ ਬੱਚਿਆਂ ਦੇ ਨਾਲ ਗਲਤ ਹਰਕਤਾਂ ਹੁੰਦੀਆਂ ਸੀ ਉਹਦੇ ਲਈ ਆਵਾਜ਼ ਬੁਲੰਦ ਕੀਤੀ ਹੈ। ਲੇਡੀਜ਼ ਲਈ ਜਿੱਥੇ ਕਿਤੇ ਲੇਡੀਜ਼ ਨਾਲ ਘਰੇਲੂ ਹਿੰਸਾ ਹੁੰਦੀ ਸੀ ਤਾਂ ਸੰਸਥਾ ਦੇ ਨਾਲ ਵਕੀਲ ਸਾਹਿਬ ਜੁੜੇ ਹੋਏ ਨੇਗੇ, ਤਾਂ ਉਹ ਹੈਲਪ ਕਰਦੇ ਸੀ, ਲੀਗਲ ਮਤਲਬ ਸਾਰੀ ਪ੍ਰੋਵਾਈਡ ਕਰਦੇ ਸੀ ਜੋ ਉਹਨਾਂ ਨੂੰ ਜਾਣਕਾਰੀ ਵਗੈਰਾ ਚਾਹੀਦੀ ਹੁੰਦੀ ਸੀ। ਕੋਈ ਫੀਸ ਵੀ ਨਹੀਂ ਹੁੰਦੀ ਸੀ। ਜਦੋਂ ਮੇਰੇ ਨਾਲ ਇਹ ਸਭ ਕੁਝ ਮਤਲਬ ਹੋਇਆ ਤਾਂ ਮੈਨੂੰ ਐਵੇਂ ਜੇ ਲੱਗਣ ਲੱਗ ਗਿਆ ਵੀ ਜਿਹੜੀਆਂ ਲੇਡੀਜ਼ ਨੂੰ ਮੈਂ ਮਿਲਦੀ ਹਾਂ, ਮੈਂ ਉਹਨਾਂ ਨੂੰ ਇੱਕ ਗੱਲ ਕਹਿੰਦੀ ਹੁੰਦੀ ਹਾਂ ਵੀ ਅਸੀਂ ਸਟਰੋਂਗ ਹੈ, ਅਸੀਂ ਟੁੱਟਣਾ ਨਹੀਂ ਆ। ਤਾਂ ਕਿਤੇ ਨਾ ਕਿਤੇ ਉਸ ਟਾਈਮ ਤੇ ਮੈਂ ਟੁੱਟਣ ਵਾਲੇ ਹਾਲਾਤਾਂ 'ਚ ਚਲੀ ਗਈ ਸੀਗੀ। ਤਾਂ ਮੈਨੂੰ ਇੱਦਾਂ ਲੱਗਣ ਲੱਗ ਗਿਆ ਸੀ ਜਿੱਦਾਂ ਦੁਨੀਆ ਸਾਰੀ ਖਤਮ ਜੀ ਹੋ ਗਈ ਹੁੰਦੀ ਆ ਵੀ ਮੈਂ। ਪਰ ਫਿਰ ਚਲੋ ਜਦੋਂ ਮੇਰੇ ਮੰਮਾ, ਮੈਨੂੰ ਫਾਦਰ ਸਾਹਿਬ ਮੇਰੇ ਐਕਸਪਾਇਰ ਹੋ ਗਏ ਨੇ, ਮੰਮਾ ਰਹਿ ਗਏ ਨੇ, ਮੰਮਾ ਬ੍ਰਦਰ ਬਾਹਰ ਸੈਟਲ ਨੇ, ਮੰਮਾ ਨੇ ਵੀ ਬਹੁਤ ਸਮਝਾਉਣਾ
ਤੂੰ ਤਾਂ ਲੋਕਾਂ ਨੂੰ ਗਾਈਡ ਕਰਦੀ ਆ ਭਾਈ। ਫਿਰ ਫਰੈਂਡ ਸਰਕਲ ਦੇ ਵਿੱਚ ਵੀ ਟੱਚਵੁੱਡ ਮੇਰੀਆਂ ਅੱਛੀਆਂ ਫਰੈਂਡਸ ਨੇ ਕਿ ਤੂੰ ਲੋਕਾਂ ਨੂੰ ਗਾਈਡ ਕਰਦੀ, ਤੂੰ ਤਾਂ ਲੇਡੀਜ਼ ਨੂੰ ਕਹਿੰਦੀ ਨਹੀਂ ਆ ਕਿ ਵੀ ਅਸੀਂ ਇੰਨੇ ਸਟਰੋਂਗ ਆ, ਤੂੰ ਕਿੱਦਾਂ ਇਦਾਂ ਮਤਲਬ ਟੁੱਟਣ ਵਾਲੇ ਰਸਤੇ ਤੇ ਆ ਗਈ। ਸਟਰੋਂਗ ਹੋ, ਫਿਰ ਤੋਂ ਸਟੈਂਡ ਹੋ। ਫਿਰ ਮਨ ਬਣਾਇਆ ਜੀ ਕਿ ਜ਼ਿੰਦਗੀ ਦੇ ਵਿੱਚ ਮੈਂ ਪਿੱਛੇ ਮੁੜ ਕੇ ਵੇਖਿਆ ਹੀ ਨਹੀਂ, ਤਾਂ ਅੱਜ ਰੁਪਿੰਦਰ ਬਾਵਾ ਫਿਰ ਬੈਠ ਕੇ ਪਿੱਛੇ ਮੁੜ ਕੇ ਦੇਖੂਗੀ। ਅੱਗੇ ਚੱਲਣਾ, ਆਪਣਾ ਰਸਤਾ ਅੱਗੇ ਲੈ ਕੇ ਚੱਲੋ। ਤਾਂ ਉਸੇ ਰਸਤੇ ਤੇ ਫਿਰ ਤੋਂ ਵਾਪਸ ਆਪਣੀ ਸਮਾਜ ਸੇਵਾ ਦੇ ਵਿੱਚ ਕਿ ਜਿਹੜੀਆਂ ਲੜਕੀਆਂ ਦੇ ਨਾਲ ਧੱਕਾ ਹੋ ਰਿਹਾ, ਲੇਡੀਜ਼ ਨਾਲ ਧੱਕਾ ਹੋ ਰਿਹਾ ਕਿਤੇ, ਚਾਹੇ ਉਹ ਘਰੇਲੂ ਸੱਸ ਸਹੁਰੇ ਵੱਲੋਂ ਹੋ ਰਿਹਾ, ਘਰ ਵਾਲੇ ਵੱਲੋਂ ਹੋ ਰਿਹਾ, ਜਾਂ ਸਮਾਜ 'ਚ ਕਿਸੇ ਨਾ ਕਿਸੇ ਗਲਤ ਤਰੀਕੇ ਨਾਲ ਕਿਸੇ ਬਾਹਰੋਂ ਵਿਅਕਤੀ ਤੋਂ ਕੋਈ ਪੀੜਤ ਹੋ ਰਹੀ ਆ, ਆਪਾਂ ਉਹਨਾਂ ਦੇ ਲਈ ਆਵਾਜ਼ ਬੁਲੰਦ ਕਰਾਂਗੇ, ਸਾਥ ਦੇਵਾਂਗੇ। ਬਿਲਕੁਲ, ਇਹਨਾਂ ਨੇ ਪਹਿਲਾਂ ਵੀ ਸਾਥ ਜਿਹੜਾ ਕਈ ਮੁੱਦਿਆਂ ਦੇ ਵਿੱਚ ਲੋਕਾਂ ਦਾ ਦਿੱਤਾ ਹੈ। ਫਰਦਰ ਹੋਰ ਕੀ ਪਲਾਨਸ ਨੇ, ਕੁਝ ਕਰ ਰਹੇ ਹੋ? ਕੋਈ ਵਾਰੀ ਹੁੰਦਾ ਨਾ ਬੰਦੇ ਦੇ ਵੀ ਹਾਲੇ ਬਹੁਤ ਕੁਝ ਕਰਨ ਵਾਲਾ ਪੈਂਡਿੰਗ ਪਿਆ, ਕੀ ਕੁਝ ਹੈ? 2016 ਦੇ ਵਿੱਚ ਪਿੰਡਾਂ ਦੇ ਵਿੱਚ ਸਟਿਚਿੰਗ ਸੈਂਟਰ ਖੁਲਵਾਈ ਸੀ ਜੀ, ਫ੍ਰੀ ਆਫ ਕਾਸਟ ਲੜਕੀਆਂ ਨੂੰ ਸਟਿਚਿੰਗ ਸਿਖਾਈ। ਹੁਣ ਕੁਝ ਦਿਨਾਂ ਦਾ ਸੋਚ ਰਹੀ ਸੀ ਕਿ ਵੀ ਲੜਕੀਆਂ ਨੂੰ ਜਿੱਦਾਂ ਹੁਣ ਅੱਜ ਕੱਲ੍ਹ ਟ੍ਰੈਂਡ ਹੈ ਵੀ ਪਾਰਲਰ ਦੇ ਵਿੱਚ ਲੜਕੀਆਂ ਜਾ ਕੇ ਤਿਆਰ ਹੁੰਦੀਆਂ ਨੇ, ਅਸੀਂ ਖੁਦ ਪਾਰਲਰ ਜਾਂਦੇ, ਇਹਨਾਂ ਨੇ ਪੈਸੇ ਅਸੀਂ ਉੱਥੇ ਦਿੰਦੇ ਆ ਕਿ ਕਿਉਂ ਨਾ, ਜਿੱਦਾਂ ਵੀ ਮੋਸਟਲੀ ਗਰਲਜ਼ ਨੂੰ ਮਿਲੀ ਆ, ਗੱਲ ਕੀਤੀ ਆ ਤਾਂ ਕਿ ਸਟਿਚਿੰਗ ਐਂਡ ਪਾਰਲਰ ਦਾ ਸਾਨੂੰ ਕਰਵਾ ਦਿਓ। ਤਾਂ ਮੈਂ ਹੁਣੇ ਮਤਲਬ ਕਿ ਇੱਥੇ ਹਰਵੰਸ ਨਗਰ ਗਲੀ ਨੰਬਰ 5 ਦੇ ਵਿੱਚ ਸੈਂਟਰ ਖੁਲਵਾਇਆ ਗਾ ਕਿ ਜਿੱਥੇ ਲੜਕੀਆਂ ਨੂੰ ਪਾਰਲਰ ਦਾ ਬਿਲਕੁਲ ਫ੍ਰੀ ਆਫ ਕਾਸਟ ਅਸੀਂ ਡਿਪਲੋਮਾ ਕਰਵਾਵਾਂਗੇ। 3 ਮਹੀਨੇ ਦਾ ਵੀ ਹੈ, 6 ਮਹੀਨੇ ਦਾ ਵੀ ਹੈ, ਕੋਈ ਫੀਸ ਨਹੀਂ ਹੈਗੀ। ਗਰੀਬ ਘਰਾਂ ਦੀਆਂ ਲੜਕੀਆਂ ਉੱਥੇ ਆ ਕੇ ਸਿੱਖ ਸਕਦੀਆਂ, ਸਰਟੀਫਿਕੇਟ ਵਗੈਰਾ ਪ੍ਰੋਵਾਈਡ ਕਰਾਂਗੇ। ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੋਈ ਹੈ ਜੀ। ਜਿਹੜੀਆਂ ਔਰਤਾਂ, ਜਿਹੜੀਆਂ ਭੈਣਾਂ, ਜਿਹੜੀਆਂ ਬੱਚੀਆਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਰਹੀਆਂ, ਜਿਹੜੀਆਂ ਸਮਾਜ ਸੇਵਾ ਚ ਆਉਣੀਆਂ ਚਾਹੁੰਦੀਆਂ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਸਮਾਜ ਦਾ ਡਰ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਘਰਦਿਆਂ ਦਾ ਡਰ ਹੈ। ਕੁਝ ਲੋਕ ਇਹ ਵੀ ਕਹਿੰਦੇ ਹੋਣਗੇ ਵੀ ਤੁਸੀਂ ਯਾਰ ਵੀ ਮਾੜੀ ਸਿੱਖਿਆ ਤਾਂ ਨਹੀਂ ਦੇ ਰਹੇ। ਨਹੀਂ, ਪਰਿਵਾਰ ਤਾਂ ਪਹਿਲਾਂ ਜ਼ਰੂਰੀ ਹੈ। ਪਰਿਵਾਰ ਦੀ ਸਹਿਮਤੀ ਦੇ ਨਾਲ ਹੀ, ਚਾਹੇ ਸਮਾਜ ਸੇਵਾ, ਚਾਹੇ ਰਾਜਨੀਤੀ ਹੈ, ਕਿਸੇ ਵੀ ਲੈਵਲ ਦੇ ਵਿੱਚ ਤੁਸੀਂ ਹੁਣੇ ਪਰਿਵਾਰ ਤੋਂ ਬਿਨਾਂ ਨਹੀਂ ਆ ਸਕਦੇ। ਪਰਿਵਾਰ ਦੀ ਸਪੋਰਟ ਬਹੁਤ ਜ਼ਰੂਰੀ ਹੈ। ਜਿਹੜੀਆਂ ਲੜਕੀਆਂ ਸਮਾਜ ਸੇਵਾ 'ਚ ਲੇਡੀਜ਼ ਵੀ ਆਉਣਾ ਚਾਹੁੰਦੀਆਂ, ਪਹਿਲਾਂ ਆਪਣੇ ਪਰਿਵਾਰ ਦੀ ਸਹਿਮਤੀ ਜ਼ਰੂਰੀ ਹੈ। ਸਾਡੇ ਤਾਂ ਫਿਰ ਦਰਵਾਜ਼ੇ ਖੁੱਲ੍ਹੇ ਹੀ, ਅਸੀਂ ਤਾਂ ਤੁਹਾਡੇ ਨਾਲ ਸਾਰਿਆਂ ਨੇ ਰਲ ਮਿਲ ਕੇ ਕੰਮ ਕਰਨਾ। ਸਾਨੂੰ ਤੁਹਾਡੀ ਲੋੜ ਹੈ, ਤੁਹਾਡੇ ਨਾਲ ਰਲ ਮਿਲ ਕੇ ਆਪਾਂ ਆਪਣੇ ਭੈਣਾਂ ਦੇ ਲਈ, ਆਪਣੇ ਭੈਣਾਂ ਬੀਬੀਆਂ ਦੇ ਲਈ ਕੰਮ ਕਰੀਏ ਤਾਂ ਬਹੁਤ ਵੱਡੀ ਗੱਲ ਹੈ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਰੁਪਿੰਦਰ ਬਾਵਾ ਜੀ ਨੇ ਇੱਕ ਗੱਲ ਕੀਤੀ, ਕਿਉਂਕਿ ਇਹਨਾਂ ਨੇ ਆਪਣੀਆਂ ਜੀਵਨ ਦੇ ਵਿੱਚ ਬੜੀਆਂ ਔਕੜਾਂ ਦੇਖੀਆਂ। ਅੱਜ ਇਹ ਚਿਹਰਾ ਜੇ ਹੱਸ ਰਿਹਾ ਤੇ ਇਹਦੇ ਪਿੱਛੇ ਕੁਝ ਹੰਝੂ ਨੇ, ਉਹ ਇਹਨਾਂ ਨੇ ਆਪਣੀਆਂ ਗੱਲਾਂ ਤੋਂ ਸਾਫ਼ ਕਰ ਲਏ ਨੇ। ਪਰ ਅੱਜ ਹਾਸਾ ਜਿਹੜਾ ਉਹਨਾਂ ਗੱਲਾਂ ਦੇ ਉੱਤੇ ਹੈਗਾ, ਉਹ ਇਸ ਕਰਕੇ ਕਿ ਮਜ਼ਬੂਤ ਇਰਾਦੇ ਨੇ। ਕਿਸੇ ਵੀ ਕੰਮ ਦੇ ਵਿੱਚ ਜਦੋਂ ਤੁਸੀਂ ਅਗਾਂਹ ਵਧਣਾ ਹੈ ਤਾਂ ਮਜ਼ਬੂਤ ਇਰਾਦੇ ਹੋਣ ਤਾਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ। ਔਕੜਾਂ ਬਹੁਤ ਆਉਂਦੀਆਂ, ਇਹਦੇ 'ਚ ਕੋਈ ਸ਼ੱਕ ਨਹੀਂ। ਔਕੜਾਂ ਨੂੰ ਪਾਰ ਕਰਨਾ ਹੀ ਇੱਕ ਮਜ਼ਬੂਤ ਇਰਾਦੇ ਦਾ ਕੰਮ ਹੁੰਦਾ। ਇਸ ਕਰਕੇ ਜਿਹੜੀਆਂ ਔਰਤਾਂ, ਜਿਹੜੀਆਂ ਭੈਣਾਂ, ਜਿਹੜੇ ਵੀਰ ਸਾਥ ਦੇਣ ਉਹਨਾਂ ਭੈਣਾਂ ਦਾ, ਆਪਣੀਆਂ ਪਤਨੀਆਂ ਦਾ, ਆਪਣੀਆਂ ਧੀਆਂ ਦਾ, ਉਹਨਾਂ ਦਾ ਸਾਥ ਦੇਣ ਕਿ ਜਿਹੜੀਆਂ ਸਮਾਜ ਲਈ ਕੁਝ ਕਰ ਸਕਦੇ ਹੋਣ। ਅਸੀਂ ਜਿਸ ਸਮਾਜ ਦੇ ਵਿੱਚ ਰਹਿੰਦੇ ਹਾਂ, ਉਸ ਸਮਾਜ ਦੇ ਲਈ ਸਾਡਾ ਵੀ ਹੱਕ ਬਣਦਾ ਕਿ ਉਹਦੇ ਲਈ ਕੁਝ ਕਰੀਏ। ਬਾਬਾ ਜੀ, ਕਾਫੀ ਗੱਲਾਂ ਸੀ ਵੈਸੇ ਤਾਂ, ਪਰ ਪ੍ਰੋਗਰਾਮ ਦੀ ਇੱਕ ਮਰਿਆਦਾ, ਇੱਕ ਟਾਈਮ ਹੁੰਦਾ। ਇਸ ਕਰਕੇ ਤੁਹਾਡੇ ਨਾਲ ਅੱਜ ਗੱਲਾਂ ਕੀਤੀਆਂ, ਪਰ ਤੁਹਾਡੇ ਤੋਂ ਇੱਕ ਗੱਲ ਸਿੱਖਣ ਨੂੰ ਇਹ ਮਿਲੀ ਕਿ ਜੇ ਤੁਹਾਡੇ ਦ੍ਰਿੜ ਇੱਛਾ ਹੈ, ਕੌਨਫੀਡੈਂਸ ਤੁਹਾਡੇ 'ਚ ਹੈਗਾ, ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਨਾ ਕੁਝ ਜ਼ਰੂਰ ਕਰਦੇ ਹੋ। ਹਾਂਜੀ, ਤੁਸੀਂ ਇੱਥੇ ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਸੋ ਮਚ, ਤੁਹਾਡਾ ਵੀ ਜੀ। ਇਹ ਸਨ ਰੁਪਿੰਦਰ ਬਾਵਾ, ਸਮਾਜ ਸੇਵੀ, ਪੋਲੀਟੀਸ਼ੀਅਨ, ਬਿਜ਼ਨਸ ਵੂਮੈਨ। ਇਕੱਲੇ ਨੇ, ਹਸਬੈਂਡ ਸਾਥ ਦੇ ਰਹੇ ਨੇ, ਪਰ ਆਪ ਅੱਗੇ ਲੱਗ ਕੇ ਸਾਰਾ ਕੰਮ ਕਰਦੇ ਨੇ, ਸਮਾਜ ਸੇਵਾ ਵੀ ਕਰਦੇ ਨੇ। ਸਮਾਜ ਦੀਆਂ ਔਰਤਾਂ ਨੂੰ ਇਹਨਾਂ ਦੀ ਇੱਕ ਛੋਟੀ ਜਿਹੀ ਸਿੱਖਿਆ ਹੀ ਕਹਿ ਲਓ ਤੁਸੀਂ, ਇਹ ਹੈ ਕਿ ਦ੍ਰਿੜ ਇੱਛਾ ਕਰੋ, ਕੌਨਫੀਡੈਂਸ ਦੇ ਨਾਲ ਕੰਮ ਕਰੋ, ਤਾਂ ਜੋ ਅਸੀਂ ਸਮਾਜ ਦੇ ਵਿੱਚ ਕੁਛ ਨਾ ਕੁਛ ਕਰ ਸਕੀਏ। ਮੇਰੀ ਕਹਾਣੀ ਦੇ ਵਿੱਚ ਅੱਜ ਦੀ ਇਹਨਾਂ ਦੀ ਕਹਾਣੀ ਅਸੀਂ ਸੁਣੀ ਹੈ। ਕਿਸੇ ਹੋਰ ਦਿਨ, ਕਿਸੇ ਹੋਰ ਐਪੀਸੋਡ ਦੇ ਵਿੱਚ ਕਿਸੇ ਹੋਰ ਲੇਡੀ ਦੀ ਕਹਾਣੀ ਸੁਣਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।